सरकार ने झोने की खरीद जी 10 दिन अगे पा दी है। कारण दसिया जा रहा है मौसम की तब्दीली, क्योंकि बीते दिनों की गल की जाए तो जी बारिशां हुई ने, तो बारिशां एक वड्डा कारण दसिया जा रहा भी नमी जी इस समय झोने की फसल में ज़्यादा दसी जा रही, जिस करके 10 दिन जी सरकारी खरीद लेट कर दी गई है। की मुश्किल आ रही है जोड़े किसान मंडियों में आ रहे हैं? गलबात कर लें। दसो जी की नाम है, किहड़े पिंड तो आए हो? मैं पिंड तलौणी दसन ਦਾ ਹੋਇਆ ਜੀ। नाम की जे? ਪਾਖਰ ਸਿੰਘ ਜੀ। पाखर जी की कहोगे जो 10 दिन लेट हुण सरकारी खरीद होनी ਉਹਦੇ ਬਾਰੇ ਕੀ ਦਿੱਕਤ ਆ ਰਹੀ ਕੋਈ? ਦਿੱਕਤ ਸਾਨੂੰ ਇਹੋ ਆ ਰਹੀ ਹੈ, ਸਾਨੂੰ ਰੇਟ ਘੱਟ ਮਿਲ ਰਿਹਾ ਜੀ। ਹੋਰ ਸਾਡੀ ਫਸਲ ਜਿਹੜੀ ਉਹ ਚੁੱਕੀ ਨਹੀਂ ਜਾ ਰਹੀ। ਜੇ ਚੁੱਕਦੇ ਵੀ ਆ ਤੇ ਕੌਡੀਆਂ ਦੇ ਭਾਅ ਰੇਟ ਨਹੀਂ ਸਹੀ ਮਿਲ ਰਿਹਾ, 400-500 ਰੁਪਏ ਘੱਟ ਰਹੇ ਨੇ। सरकार कह रही भी पिछले दिनी जो मीह पए ने उस करके नमी जी मॉइस्चर कंटेंट ज़्यादा तां करके लेट की 10 दिन खरीद। ਕੋਈ ਗੱਲ ਨਹੀਂ ਆ, ਮੇਰੀ ਢਿੱਡ ਤਲਣ ਆ, ਦਾਣਾ ਮੂੰਹ 'ਚ ਪਾ ਕੇ ਵੇਖੋ ਕੋਈ ਨਵੀਂ ਹੈ ਇਹ 'ਚ। ਆ ਮੇਰੀ ਢਿੱਡ ਤਲਣ ਡਈ ਆ, ਮੂੰਹ 'ਚ ਦਾਣਾ ਵੇਖੋ, ਭਾਵੇਂ ਹੁਣੇ ਜਾ ਕੇ ਇਹ ਸੈਲਰ ਤੇ ਛਡਾ ਲਓ, ਨਵੀਂ ਇਹ 'ਚ ਹੈ ਹੀ ਨਹੀਂ। ਤੇ ਤੁਹਾਨੂੰ ਕਦੋਂ ਪਤਾ ਲੱਗਾ ਵੀ ਸਰਕਾਰ ਨੇ 10 ਦਿਨ ਖਰੀਦ ਜਿਹੜੀ ਸਰਕਾਰੀ ਲੇਟ ਕਰ ਦਿੱਤੀ? ਕਦੋਂ ਪਤਾ ਲੱਗਾ ਤੁਹਾਨੂੰ? ਉਹ ਰਾਤੀ ਲਾਉਂਸ ਹੋਇਆ ਜੀ, ਟੀਵੀ ਤੇ ਲਾਉਂਸ ਹੋਇਆ। ਲਾਉਂਸ ਦਾ ਹੁੰਦੇ ਸਾਨੂੰ ਹੌਸਲਾ ਹੁੰਦਾ ਚਲੋ ਵੀ ਇਹ ਸਾਨੂੰ ਰੇਟ ਸਹੀ ਮਿਲੂਗਾ, ਲੇਕਿਨ ਇਹ ਸਾਨੂੰ ਲੁੱਟਣ ਵਾਲਾ ਕੰਮ ਹੈ ਜੀ। क्या समझते भी इस जी डिसीजन लिता गया केंद्र सरकार वालों कोई ना कोई विच कारण हो सकता, होर कारण भी हो सकता, जो किसानों ने अंदोलन किया है भी कारण हो सकता? ਵੇਖੋ ਜੀ ਇਹ ਸਿਆਸਤ ਦੀ ਗੱਲ ਹੈ, ਸਾਨੂੰ ਉਹਦੇ ਬਾਰੇ ਕੋਈ ਨੌਲੇਜ ਨਹੀਂ ਗੀ ਵੀ ਕੀ ਹੈਗਾ ਤੇ ਕੀ ਨਹੀਂ ਹੈਗਾ। ਉਹ ਸਿਆਸੀ ਗੱਲ ਹੈ ਜੀ, ਪਰ ਸਾਨੂੰ ਇਹ ਤੇ ਇਹ ਪਤਾ ਵੀ ਹੁਣ ਕੋਈ ਨਵੀਂ ਕੋਈ ਨਹੀਂ ਹੈਗੀ। ਆਹ ਦਾਣਾ ਮੂੰਹ 'ਚ ਪਾ ਕੇ ਵੇਖ ਲਓ, ਅਸੀਂ ਤੇ ਇਹ ਕਹਿ ਸਕਦੇ ਹਾਂ। ਤੇ ਮਾਰਕੀਟ ਕਮੇਟੀ ਵੱਲੋਂ ਕੀ ਇੰਤਜ਼ਾਮ ਕੀਤੇ ਗਏ ਤੁਹਾਡੇ ਵਾਸਤੇ? ਪਾਣੀ ਪੂਣੀ ਦੇ ਕੋਈ ਛਾਂ ਦੇ ਇੰਤਜ਼ਾਮ? ਵੇਖ ਲਓ, ਤੁਸੀਂ ਆਪ ਹੀ ਵੇਖ ਲਓ, ਇੱਥੇ ਕੋਈ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਗਾ, ਕੋਈ ਸਾਈਡ ਨਹੀਂ, ਧੁੱਪੇ ਖਲੋਤੇ ਆ। ਅਸੀਂ ਰਾਤ ਦੇ ਸਾਨੂੰ ਇੱਥੇ ਪਾਣੀ ਆ, ਇੱਥੇ ਮਾਈ ਆ ਉਹ ਲਿਆ ਕੇ ਪਿਆ ਦਿੰਦੀ ਆ। ਕਿੱਥੋਂ ਆਏ ਜੀ? ਅਸੀਂ ਵੱਲੇ ਤੋਂ ਆਏ, ਪਿੰਡ ਵੱਲੇ ਤੋਂ। ਕਹਿਣਾ ਇਹ ਚਾਹੁੰਦੇ ਵੀ ਦੁਕਾਨਾਂ ਇਹਨਾਂ ਗੌਰਮੈਂਟ ਨੇ ਲਾਟ ਕੀਤੀਆਂ ਵਾ, ਇਹਨਾਂ ਨੂੰ ਨਹੀਂ ਪਤਾ ਵੀ ਇੱਧਰਲੇ ਬੰਨੇ ਸ਼ੈੱਡ ਚਾਹੀਦਾ ਵਾ। ਮੰਡੀ ਆ ਕੇ ਝੋਨਾ ਭਿੱਜਣ ਡਿਆ ਵਾਗਾ, ਕੋਈ ਸ਼ੈੱਡ ਨਹੀਂ ਹੈਗਾ। ਵੇਖ ਲਓ ਤੋੜੀ ਦੀ ਦੁਕਾਨਾਂ ਗੌਰਮੈਂਟ ਨੇ ਲਾਟ ਕੀਤੀਆਂ ਪਹਿਲਾਂ, ਤਾਂ ਕੋਈ ਹੋਰ ਹਿਸਾਬ ਹੈ ਤੇ ਸ਼ੈੱਡ ਦਾ ਕੋਈ ਪ੍ਰਬੰਧ ਨਹੀਂ ਹੈ। ਮੰਡੀ ਆ ਕੇ ਖਰਾਬ ਹੋਣ ਡਿਆ ਤੇ ਸਾਨੂੰ ਸਵੇਰੇ ਆ ਕੇ ਪਤਾ ਲੱਗਾ ਵੀ ਇਹਨਾਂ 1 ਤਰੀਕ ਤੋਂ 11 ਤਰੀਕ ਕਰਤੀ ਆ। ਝੋਨਾ ਜ਼ਿਆਦਾ ਆ ਗਿਆ ਮੰਡੀ ਵਿੱਚ, ਇਹਨਾਂ ਰੇਟ ਡਾਊਨ ਕਰਤਾ ਵਾ। 12-12 ਹਜ਼ਾਰ ਰੁਪਇਆ ਕਿੱਲੇ ਦਾ ਘਟਣ ਡਿਆ ਵਾ, 400 ਰੁਪਇਆ ਕੁਇੰਟਲ ਮਗਰ ਘਟਾਤਾ ਇਹਨਾਂ। ਤੇ ਕਹਿੰਦੇ ਵੀ ਅੰਨਦਾਤਾ ਹੈ, ਦੇਸ਼ ਦਾ ਅੰਨਦਾਤਾ ਕਹਿੰਦੇ ਕਿਸਾਨਾਂ ਨੂੰ, ਪਰ ਕਿਸਾਨ ਫਿਰ ਖੱਜਲ ਖਵਾਰ ਹੋ ਰਹੇ ਨੇ ਮੰਡੀਆਂ 'ਚ। ਹਾਂਜੀ, ਖੱਜਲ ਖਰਾਬ। ਵੇਖੋ ਮਹਿੰਗਾਈ ਵੱਧ ਰਹੀ ਹੈ, ਹਰ ਸਾਲ ਮਹਿੰਗਾਈ ਕਿੰਨੀ ਵੱਧਦੀ ਹੈਗੀ ਤੇ ਹੁਣ ਦੇ ਹਿਸਾਬ ਨਾਲ ਇਹ ਸਾਡਾ ਡਾਊਨ ਜਾਣ ਡਿਆ, ਸਾਨੂੰ ਘੱਟ ਦੇਣ ਡਿਆ। ਹਰ ਸਾਲ ਰੇਟ ਘਟਦਾ ਜਾਣ ਡਿਆ, ਸਾਡਾ 400 ਰੁਪਇਆ ਘਟਾਉਣ ਡਿਆ। ਉੱਦਾਂ ਮਹਿੰਗਾਈ ਕੋਈ ਵੀ ਚੀਜ਼ ਲੈਂਦਾ ਆਪਣਾ ਕੱਢ ਕੇ ਕੁਝ ਵੇਚਦਾ ਵਾ ਤੇ ਸਾਨੂੰ ਪੱਲਿਓਂ ਪਾ ਕੇ ਤੇ ਵੇਚਣਾ ਪੈਣ ਡਿਆ, ਘਟਦਾ। ਪਤਾ ਲੱਗਾ ਸੀ ਰਾਤੀ ਵੀ ਇਹ 10 ਦਿਨ ਲੇਟ ਹੋ ਗਈ ਖਰੀਦ, ਤੇ ਤੁਸੀਂ ਥੋੜਾ ਲੇਟ ਆਏ ਜਾਂਦੇ ਫਸਲ ਲੈ ਕੇ ਮੰਡੀ 'ਚ? ਹਾਂਜੀ, ਸਾਨੂੰ ਪਤਾ ਸਵੇਰੇ ਲੱਗਾ, ਸਾਨੂੰ ਸਵੇਰੇ ਪਤਾ ਲੱਗਾ ਵੀ ਲੇਟ ਹੋ ਗਈ ਆ। ਫਿਰ ਹੋ ਸਕਦਾ ਨਾ ਲਿਆਉਂਦੇ, ਘੱਟ ਲੈ ਆਉਂਦੇ, ਡੱਕ ਲੈਂਦੇ, ਕਿਤੇ ਲਾਹ ਲੈਂਦੇ ਵੀ ਚਲੋ ਥੋੜੇ ਦਿਨ ਖਲੋ ਜੀਏ। ਪਰ ਇਹਨਾਂ 10 ਦਿਨ ਲੇਟ ਕਰਤੀ, ਇੱਕ ਅੱਧਾ ਦਿਨ ਲੇਟ ਕਰ ਦਿੰਦੇ ਤੇ ਚੱਲ ਜਾਂਦਾ। ਸਿੱਧਾ 10 ਦਿਨ ਲੇਟ ਕਰਤੀ ਹੈਗੀ ਤੇ ਝੋਨਾ ਚਲੋ ਇਹ ਸਾਰਿਆਂ ਥੋੜੀ ਗਿੱਲਾ ਜਾਂਦਾ, ਕਿਸੇ ਦਾ ਹੋਊਗਾ ਕੋਈ ਹੋ ਗਿਆ, ਬਾਕੀ ਸੁੱਕਾ ਝੋਨਾ ਆਉਣ ਡਿਆ ਵਾ। ਉਹ ਤੇ ਬਹਾਨਾ ਗੌਰਮੈਂਟ ਦਾ ਜਾਣ ਕੇ, ਇਹ 11 ਤਰੀਕ ਦਾ ਪੱਕਾ ਨਹੀਂ ਕੋਈ ਆਉਣੀ ਹੈ ਕਿ ਨਹੀਂ ਆਉਣੀ। ਇਹ ਗੌਰਮੈਂਟ ਨੇ ਉਦੋਂ ਫਿਰ ਕੋਈ ਨਾ ਕੋਈ ਬਹਾਨਾ ਲਾ ਜਾਣਾ। ਇਦਾਂ ਹੀ ਬਹਾਨੇ ਲਾਉਂਦੀ ਆਉਣ ਡਈ ਹੈ, ਜੱਟ ਨੂੰ ਖਰਾਬ ਕਰਦੇ ਆਉਣ ਡੇ। ਕੁਝ ਜੱਟ ਜ਼ਿਮੀਂਦਾਰ ਜਿਹੜੇ ਨੇ ਉਹ ਕਿਤੇ ਨਾ ਕਿਤੇ ਖੱਜਲ ਹੋ ਰਹੇ ਨੇ। ਭਾਜੀ ਕੀ ਨਾਮ ਤੁਹਾਡਾ? ਰਜਿੰਦਰ ਸਿੰਘ ਕਿੱਥੋਂ ਆਏ ਜੀ? ਵੱਲੇ ਤੋਂ। ਤੇ ਕੀ ਦੱਸੋ ਜਿਹੜੀ ਤੁਸੀਂ ਲੈ ਕੇ ਇੱਥੇ ਝੋਨਾ ਲੈ ਕੇ ਆਏ ਹੋ, ਤੇ ਕੀ ਹੋ ਰਹੀ ਹੈ ਉਹਦੀ ਖਰੀਦ ਹੋ ਰਹੀ ਹੈ ਇੱਥੇ ਸਰਕਾਰੀ, ਤੇ 10 ਦਿਨ ਲੇਟ ਹੋ ਗਏ? ਕੋਈ ਸਰਕਾਰੀ ਖਰੀਦ ਨਹੀਂ ਜੀ, ਵਪਾਰੀ ਖਰੀਦਣ ਡਏ ਆ। ਉਹਨਾਂ ਨੂੰ ਪਤਾ ਲੱਗ ਗਿਆ ਗਵਰਨਮੈਂਟ ਨੇ ਅਜੇ 10 ਦਿਨ ਨਹੀਂ ਆਉਣਾ, ਉਹਨਾਂ ਹੋਰ ਰੇਟ ਡਾਊਨ ਕਰਤਾ ਅੱਗੇ ਨਾਲੋਂ ਵੀ। ਕੱਲ ਨਾਲੋਂ ਵੀ ਰੇਟ ਡਾਊਨ ਅੱਜ ਹੋ ਗਿਆ, ਮਤਲਬ 400 ਰੁਪਇਆ ਡਾਊਨ ਕਰਤਾ। ਕੱਲ 1700-1800 ਨੂੰ ਵਿਕਦੀ ਸੀ, ਅੱਜ ਬਿਲਕੁਲ 1500-1600 ਤੇ ਆ ਗਿਆ। ਸਰਕਾਰੀ ਭਾਅ ਦੀ ਗੱਲ ਕੀਤੀ ਜਾਵੇ ਤੇ ਕਿੰਨਾ ਸਰਕਾਰੀ ਭਾਅ ਕੱਢਿਆ ਹੈ ਸਰਕਾਰ ਨੇ? 1960 ਰੁਪਏ। ਤੇ 300-400 ਰੁਪਏ ਸਿੱਧਾ ਹੀ ਤੁਹਾਨੂੰ ਸਿੱਧਾ 400 ਰੁਪਇਆ ਕੁਇੰਟਲ ਦਾ ਘੱਟ ਦੇਣ ਡਿਆ ਜੀ। ਤੇ ਉਹ ਜ਼ਿਮੀਂਦਾਰੀ ਰਗੜਿਆ ਜਾ ਰਿਹਾ ਤੇ ਵਪਾਰੀ ਰੱਜਣ ਡਿਆ ਜੀ। ਇਹਦੇ ਮਗਰ ਜੋ ਸਰਕਾਰ ਨੇ ਕਾਰਨ ਦੱਸੇ ਨੇ, ਕੇਂਦਰ ਸਰਕਾਰ ਨੇ ਵੀ ਕਹਿੰਦੇ ਮੋਇਸਚਰ ਜ਼ਿਆਦਾ ਆ, ਪਿਛਲੇ ਦਿਨਾਂ 'ਚ ਮੀਂਹ ਜ਼ਿਆਦਾ ਪਏ ਨੇ ਤੇ ਤਾਂ ਕਰਕੇ 10 ਦਿਨ ਅਗਾਂਹ ਕੀਤੇ ਗਏ ਨੇ। ਕਿਆ ਸਮਝਦੇ ਹੋ ਕਾਰਨ ਇਹੀ ਹੈ? ਵੇਖੋ ਜੀ, ਜੇ 10 ਦਿਨ ਬਾਅਦ ਤੇ ਫਸਲ ਹੀ ਮੁੱਕ ਜਾਣੀ ਹੈ ਜੀ। ਇਹ ਜੇ ਮੋਇਸਚਰ ਜ਼ਿਆਦਾ ਕਿੱਥੇ ਰੱਖੇ ਜ਼ਿਮੀਂਦਾਰ? ਜ਼ਿਮੀਂਦਾਰ ਕਿੱਥੇ ਰੱਖੇ? ਗਵਰਨਮੈਂਟ ਨਹੀਂ ਰੱਖ ਸਕਦੀ ਕਿਤੇ, ਤੇ ਜ਼ਿਮੀਂਦਾਰ ਕਿੱਥੇ ਰੱਖੂਗਾ? ਦੇਖੋ ਇਹ ਜਿਹੜਾ ਫਿਰ 10 ਦਿਨ ਦਾ ਲੇਟ ਕੀਤਾ ਗਵਰਨਮੈਂਟ ਨੇ, ਸਹੀ ਹੈ ਜਾਂ ਗਲਤ ਆ? ਬਹੁਤ ਮਾੜਾ ਕੀਤਾ ਜੀ। ਇਹ ਇੱਕ ਦਾ ਦਿਨ ਚੱਲ ਸਕਦਾ ਸੀ, ਇੰਨੇ ਦਿਨ ਥੋੜਾ ਚੱਲ ਸਕਦਾ ਜੀ। ਇੰਨੇ ਲੇਟ ਕਿੱਥੇ ਰੱਖੂਗੇ ਜ਼ਿਮੀਂਦਾਰ 10 ਦਿਨ ਫਸਲ? ਪੈਲੀ 'ਚ ਵੈਸੇ ਕੱਟਿਆ ਗਿਆ ਸਾਰਾ। ਇਹ 10 ਦਿਨ ਤੱਕ ਤੇ ਵੈਸੇ ਕੱਟਿਆ ਜਾਣਾ, ਸਾਰਾ ਖਤਮ ਹੋ ਜਾਣਾ। ਇਹਨਾਂ ਕੀ ਖਰੀਦਣਾ ਮੁੜ ਕੇ ਜੀ? ਇਹ ਤੇ ਬਸ ਖਾਣਾ ਪੂਰਤੀ ਕਰਨ ਡਿਆ ਜੀ।
ਤਾਂ ਬਿਲਕੁਲ ਜੀ, ਖਾਣਾ ਪੂਰਤੀ ਕਰ ਰਹੇ ਨੇ। ਹੋਰ ਵੀ ਕਿਸਾਨ ਇੱਥੇ ਮੌਜੂਦ ਨੇ, ਗੱਲਬਾਤ ਕਰ ਲੈਣੇ। ਭਾਜੀ ਕੀ ਕਹੋਗੇ, ਕਿੱਥੋਂ ਆਏ ਇਹ ਫਸਲ ਲੈ ਕੇ? ਜੇਠੂਵਾਲ ਤੋਂ ਜੀ। ਤੇ ਕੀ ਦਿੱਕਤ ਕੋਈ ਹੋ ਰਹੀ ਹੈ ਇੱਥੇ? ਤੁਸੀਂ ਹੁਣ ਆ ਗਏ ਹੋ, ਪਹਿਲੇ ਤੁਹਾਨੂੰ ਪਤਾ ਲੱਗਿਆ ਸੀ ਵੀ ਸਰਕਾਰੀ ਖਰੀਦ ਜਿਹੜੀ 10 ਦਿਨ ਲੇਟ ਆ? ਨਾ ਜੀ ਨਾ, ਇੱਥੇ ਦਿੱਕਤਾਂ ਹੀ ਦਿੱਕਤਾਂ। ਇੱਥੇ ਜਿਹੜਾ ਕੰਮ ਸਰਕਾਰ ਨੂੰ ਖੁਦ ਨਹੀਂ ਪਤਾ ਅਸੀਂ ਕਰਨਾ ਕੀ ਆ। ਰਾਤ ਨੂੰ ਜੀ ਨੋਟੀਫਿਕੇਸ਼ਨ ਜਾਰੀ ਕਰ ਦਿੰਦੇ ਆ ਜੀ, ਸਵੇਰੇ ਖਰੀਦ ਨਹੀਂ ਹੋਣੀ। ਤੇ ਜਿਹੜਾ ਕਿਸਾਨ ਨੇ ਵਢਾ ਲਈ ਆ ਫਸਲ, ਮੰਡੀ ਲਾਇਆ, ਉਹ ਕਿੱਥੇ ਖੜੂਗਾ? ਫਿਰ ਤੁਹਾਨੂੰ ਸਸਤੇ ਭਾਅ ਦੇ ਵੇਚਣੀ ਪੈਣ ਨੂੰ ਮਜਬੂਰ ਹੋ ਰਿਹਾ ਤੁਸੀਂ ਫਸਲ ਜਿਹੜੀ ਵੇਚ ਰਹੇ ਹੋ ਆਪਣੀ? ਛੱਡਣੀ ਪੈਣੀ ਆ, ਕੀ ਕਰੂ ਕਿਸਾਨ, ਕਿੱਥੇ ਲੈ ਜਾਊਗਾ? ਖਰਚੇ ਇੰਨੇ ਆ ਵੀ ਸਾਂਭ ਹੀ ਨਹੀਂ ਸਕਦਾ, ਕਿਤੇ ਘਰ ਵੀ ਥਾਂ ਨਹੀਂ, ਕਿੱਥੇ ਰੱਖੂਗਾ? ਉਹ ਫਿਰ ਘਾਟੇ ਵਾਧੇ ਕੱਢਣੀ ਪੈਂਦੀ ਆ। ਹੁਣ 300 400 500 ਰੁਪਈਆ ਜੋ ਉਹਨਾਂ ਦੇ ਆਉਂਦਾ ਲਈ ਜਾਂਦੇ ਆ। ਪ੍ਰਾਈਵੇਟ ਦੇ ਜਿਹੜੇ ਖਰੀਦ ਰਹੇ ਨੇ ਉਹ ਆਪਣੀ ਮਨਮਰਜ਼ੀ ਕਰ? ਹਾਂਜੀ, ਮਨ ਮਰਜ਼ੀਆਂ ਚੱਲਣ ਡੀਆਂ, ਇੱਥੇ ਲੁੱਟ ਹੋ ਰਹੀ ਆ। ਸਰਕਾਰ ਤੇ ਬਸ ਰਾਤ ਨੂੰ ਕਰ ਦਿੰਦੇ ਐਲਾਨ, ਇਦਾਂ ਜੀ ਇਦਾਂ। ਹੁਣ 10 ਦਿਨਾਂ ਦਾ ਕਰਤਾ, ਜੇ ਮੰਨ ਲਓ ਮੀਂਹ ਨਹੀਂ ਆਉਂਦਾ ਜਾਂ ਮੌਸਮ ਨਹੀਂ ਖਰਾਬ ਹੁੰਦਾ ਤੇ ਉਹ 10 ਦਿਨ ਹੁਣ ਫਸਲ ਕਿੱਥੇ ਜਾਊਗੀ? ਤੁਸੀਂ ਆਪ ਸਿਆਣੇ ਜੀ। ਉਹਦੇ ਲੋਟੀ ਹੋਣੀ ਆ ਕਿਸਾਨ ਦੀ, ਤੇ ਇਹਨਾਂ ਰਲ ਕੇ ਇੱਥੇ ਕਰਨੀ ਆ। ਤੇ ਜੇ ਕੋਈ ਇੰਤਜ਼ਾਮਾਂ ਦੀ ਗੱਲ ਕੀਤੀ ਜਾਵੇ, ਕਹਿੰਦੇ ਸੀ ਛਾਂ ਪਾਣੀ ਦਾ ਇੰਤਜ਼ਾਮ ਮਾਰਕੀਟ ਕਮੇਟੀ ਕਰਦੀ ਆ, ਤਾਂ ਕਿਆ ਉਹ ਇੰਤਜ਼ਾਮ ਤੁਹਾਨੂੰ ਨਜ਼ਰ ਆ ਰਹੇ ਕਿਤੇ? ਆ ਤੁਹਾਡੇ ਸਾਹਮਣੇ ਤੁਸੀਂ ਵੀ ਆਏ ਜੇ, ਤੁਹਾਨੂੰ ਕਿਤੇ ਕੋਈ ਪਾਣੀ, ਕੋਈ ਛਾਂ, ਕੋਈ ਸ਼ੈੱਡ ਦਿਖਿਆ ਇੱਥੇ? ਤੁਹਾਡੇ ਸਾਹਮਣੇ ਆ, ਵੇਖ ਲਓ ਧੁੱਪੇ ਸਾਰੇ ਆ ਖੁੱਲੇ। ਕੋਈ ਇੰਤਜ਼ਾਮ ਨਹੀਂ ਹੈ ਜਿਹੜਾ? ਉਹ 2 ਸਾਈਡ ਉਹ ਪਰਾਂ ਉਦਾਂ ਮੱਲੇ ਆ, ਬਾਕੀ ਸਭ ਉਦਾਂ ਹੀ ਮੰਡੀ ਓਪਨ ਆ। ਕੋਈ ਮਤਲਬ ਹੈ ਨਹੀਂ, ਨਾ ਸਹੂਲਤ ਆ, ਨਾ ਕੋਈ ਗੱਲ, ਨਾ ਕੋਈ ਬਾਤ। ਬਿਲਕੁਲ ਜੀ, ਕਿਸਾਨ ਨੂੰ ਦੋਹਰੀ ਮਾਰ ਪੈ ਰਹੀ ਹੈ। ਇੱਕ ਤਾਂ ਸਰਕਾਰੀ ਖਰੀਦ ਜਿਹੜੀ ਉਹ 10 ਦਿਨ ਲੇਟ ਹੋ ਗਈ ਹੈ, ਜਿਸ ਕਰਕੇ ਕਿਸਾਨ ਨੂੰ ਆਪਣੀ ਫਸਲ ਜਿਹੜੀ ਉਹ ਸਸਤੇ ਭਾਅ ਤੇ ਵੇਚਣੀ ਪੈ ਰਹੀ ਹੈ। ਦੂਜੇ ਪਾਸੇ ਮਾਰਕੀਟ ਕਮੇਟੀ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਨੇ ਵੀ ਜਿਹੜੇ ਵੀ ਕਿਸਾਨ ਮੰਡੀ ਵਿੱਚ ਪਹੁੰਚਣਗੇ ਉਹਨਾਂ ਵਾਸਤੇ ਪਾਣੀ ਅਤੇ ਛਾਂ ਦਾ ਪ੍ਰੋਪਰ ਇੰਤਜ਼ਾਮ ਕੀਤਾ ਗਿਆ, ਪਰ ਕਿਤੇ ਵੀ ਇਹ ਇੰਤਜ਼ਾਮ ਜਿਹੜਾ ਉਹ ਵਿਖਾਈ ਨਹੀਂ ਦੇ ਰਿਹਾ। ਤਾਂ ਗੱਲਬਾਤ ਕਰ ਲੈਂਦੇ ਆ ਗੱਲਾ ਆੜਤੀ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਅਮਨਦੀਪ ਸਿੰਘ ਛੀਨਾ ਨਾਲ। ਛੀਨਾ ਜੀ ਕੀ ਕਹੋਗੇ, ਜੋ ਸਰਕਾਰ ਨੇ 10 ਦਿਨ ਲੇਟ ਕਰ ਦਿੱਤੀ ਝੋਨੇ ਦੀ ਖਰੀਦ, ਉਹਦੇ ਬਾਰੇ ਕੀ ਕਹੋਗੇ? ਵੇਖੋ ਜੀ, ਹਰ ਸਾਲ ਜਿਹੜੀ ਖਰੀਦ ਹੈ 1 ਅਕਤੂਬਰ ਤੋਂ ਸ਼ੁਰੂ ਹੁੰਦੀ ਹੈ, ਕਈ ਲੰਬੇ ਸਮੇਂ ਤੋਂ। ਤੇ ਅੱਜ ਵੀ ਜਿਹੜਾ ਕਿਸਾਨ ਇਸ ਚੀਜ਼ ਨੂੰ ਆਪਣੀ ਉਡੀਕ ਰਿਹਾ ਸੀ ਵੀ ਮੈਂ 1 ਤਰੀਕ ਨੂੰ ਸਰਕਾਰੀ ਖਰੀਦ ਆਊਗੀ ਤੇ ਮੈਂ ਉਦੋਂ ਆਪਣੀ ਫਸਲ ਜਿਹੜੀ ਹੈ ਮੰਡੀਆਂ 'ਚ ਲੈ ਕੇ ਜਾਊਂਗਾ। ਉਹ ਇਸੇ ਤਰ੍ਹਾਂ ਹੀ ਉਹਨੇ ਆਪਣੀ ਫਸਲ ਕੱਲ ਕਟਾਈ ਤੇ ਅੱਜ ਮੰਡੀਆਂ ਦੇ ਵਿੱਚ ਲੈ ਕੇ ਆਇਆ। ਤੇ ਇੱਥੇ ਆ ਕੇ ਪਤਾ ਲੱਗਾ ਵੀ ਜਿਹੜੀ ਸਰਕਾਰੀ ਖਰੀਦ ਹੈ ਉਹ 11 ਤਰੀਕ ਨੂੰ ਹੋਊਗੀ। ਤੇ ਉਹ ਜਿਹੜਾ ਸੈਂਟਰ ਦਾ ਇਹ ਬਿਲਕੁਲ ਜਿਹੜਾ ਫੈਸਲਾ ਇਹ ਗਲਤ ਆ। ਜਿਹੜੀ ਖਰੀਦ 1 ਤਰੀਕ ਤੋਂ ਹੁੰਦੀ ਉਹ ਅੱਜ ਤੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ, ਜਦ ਜਿਹੜਾ ਕਿ ਕਿਸਾਨ ਨੂੰ ਉਹਦਾ ਸਹੀ ਮੁੱਲ ਮਿਲ ਸਕੇ। ਸੈਂਟਰ ਸਰਕਾਰ ਨੇ ਸਿਰਫ ਪੰਜਾਬ ਨੂੰ ਹੀ ਚੁਣਿਆ ਜੀ, ਪੰਜਾਬ ਅੰਦਰ ਹੀ ਇਹ ਜਿਹੜੇ ਹੁਕਮ ਲਾਗੂ ਕੀਤੇ ਗਏ ਨੇ ਵੀ 10 ਦਿਨ ਲੇਟ ਜਿਹੜੀ ਝੋਨੇ ਦੀ ਖਰੀਦ ਕੀਤੀ ਜਾਊਗੀ। ਕਿਆ ਸਮਝਦੇ ਹੋ ਕੋਈ ਨਾ ਕੋਈ ਸਜ਼ਾ ਦਿੱਤੀ ਜਾ ਰਹੀ ਕਿਸਾਨਾਂ ਨੂੰ? ਇਹ ਬਿਲਕੁਲ ਜਿਹੜਾ ਅੰਦੋਲਨ ਚੱਲ ਰਿਹਾ ਉਹਦੇ ਕਰਕੇ ਇਹ ਜਿਹੜਾ ਮਤਲਬ ਸਮਝਦਾ ਵੀ ਇੱਕ ਮਤਰਾਈ ਮਾਂ ਵਾਲਾ ਜਿਹੜਾ ਦਿਨਾਂ ਸੂਬੇ ਸਾਡੇ ਨਾਲ ਪੰਜਾਬ ਨਾਲ ਜਿਹੜਾ ਇਹ ਵਿਤਕਰਾ ਕਰ ਰਿਹਾ। ਕਿਉਂਕਿ ਇਹ ਮਤਲਬ ਜਦੋਂ ਹਰ ਵਾਰੀ 1 ਤਰੀਕ ਨੂੰ ਪਰਚੇਜ ਸ਼ੁਰੂ ਹੁੰਦੀ ਹੈ ਤੇ ਅੱਜ ਸਰਕਾਰ ਨੂੰ ਕੀ ਲੋੜ ਹੈ 10 ਦਿਨ ਅੱਗੇ ਖੜਨ ਦੀ? ਹੁਣ ਤੁਸੀਂ ਮੰਡੀ ਦੇ ਵਿੱਚ ਫਿਰ ਕੇ ਵੇਖਿਆ, ਜਿਹੜੀ ਪਰਮਲ ਆਈ ਹੈ ਪੈਡੀ, ਉਹਦਾ ਮੁੱਲ ਜਿਹੜਾ ਵਾ 1700 ਰੁਪਈਆ ਮਿਲੂਗਾ ਕਿਸਾਨ ਨੂੰ, ਪ੍ਰਾਈਵੇਟ। ਠੀਕ ਹੈ। ਤੇ ਜਿਹੜਾ ਸਰਕਾਰੀ ਰੇਟ ਹੈ 1960 ਰੁਪਏ ਆ। ਤੇ ਫਿਰ ਇਹ ਮਤਲਬ ਇੱਕ ਤਰ੍ਹਾਂ ਦਾ ਮਤਰਈ ਮਾਂ ਵਾਲਾ ਹੀ ਜਿਹੜਾ ਵਾ ਕਿਸਾਨ ਦੇ ਨਾਲ ਜਿਹੜਾ ਵਾ ਧਰੋਹ ਕਰ ਰਹੀ ਹੈ ਸੈਂਟਰ ਸਰਕਾਰ। ਕਿਸਾਨ ਦਾ ਸਾਰਾ ਦਰਮਦਾਰ ਹੁੰਦਾ ਫਸਲ ਤੇ। ਕਈ ਕੁਝ ਕੰਮ ਜਿਹੜੇ ਹੁੰਦੇ ਨੇ ਉਹ ਫਸਲ ਤੇ ਡਿਪੈਂਡ ਹੁੰਦੇ ਨੇ, ਵੀ ਵਿਆਹ ਸ਼ਾਦੀ ਵੀ ਸ਼ਾਇਦ ਫਸਲ ਤੇ ਡਿਪੈਂਡ ਹੋਣਗੀਆਂ, ਔਰ ਘਰ ਦੇ ਹੋਰ ਵੀ ਕਈ ਕੰਮ ਹੁੰਦੇ ਜ਼ਰੂਰੀ ਕੰਮ ਫਸਲ ਤੇ ਡਿਪੈਂਡ ਹੁੰਦੇ ਨੇ। ਹੁਣ 10 ਦਿਨ ਲੇਟ ਹੋ ਗਿਆ, ਕਿਆ ਦਿੱਕਤ ਨਹੀਂ ਹੋਊਗੀ ਕਿਸਾਨ ਨੂੰ? ਵੇਖੋ ਜੀ, ਇਹ ਕਿਸਾਨ ਇੱਕ ਜਿਹੜਾ ਵਾ ਇਸ ਖੇਤੀ ਤੇ ਨਿਰਭਰ ਆ। ਤੇ 10 ਦਿਨ ਜਿਹੜੀ ਲੇਟ ਹੋ ਗਈ ਆ, ਉਹ ਫਸਲ ਨਾ ਤੇ ਪੈਲੀ ਦੇ ਵਿੱਚ ਰੱਖ ਸਕਦਾ ਉਹਨੂੰ, ਤੇ ਨਾ ਉਹ ਮੰਡੀ ਦੇ ਵਿੱਚ ਇੰਨਾ ਲੰਮਾ ਸਮਾਂ ਜਿਹੜਾ ਵਾ ਉਹਨੂੰ ਰੱਖ ਸਕਦਾ ਵਾ। ਇਹ ਮਤਲਬ ਕਿਸਾਨ ਦਾ ਇੱਕ ਬਹੁਤ ਵੱਡਾ ਭਾਰੀ ਨੁਕਸਾਨ ਹੈ ਇਸ ਗੱਲ 'ਚ। ਇਹ ਜਿਹੜੇ ਕਿਸਾਨ ਇੱਥੇ ਆ ਰਹੇ ਨੇ, ਜ਼ਿਮੀਂਦਾਰ ਆ ਰਹੇ ਨੇ, ਮੰਡੀ 'ਚ ਆ ਰਹੇ ਨੇ, ਮਾਰਕੀਟ ਕਮੇਟੀ ਵੱਲੋਂ ਕੀ ਇੰਤਜ਼ਾਮ ਕੀਤੇ ਗਏ ਨੇ? ਕੋਈ ਛਾਂ ਦੇ, ਕੋਈ ਪਾਣੀ ਦੇ ਇੰਤਜ਼ਾਮ ਨਜ਼ਰ ਆ ਰਹੇ? ਤੇ ਵੇਖੋ ਜੀ, ਮਾਰਕੀਟ ਕਮੇਟੀ ਨੇ ਤੇ ਜਿਹੜੇ ਇੰਤਜ਼ਾਮ ਹੈ ਹੋਣੀ ਤੇ ਉਹਦੀ ਸਫਾਈ ਆ। ਮਾਰਕੀਟ ਕਮੇਟੀ ਨੇ ਜਿਹੜਾ ਇੰਤਜ਼ਾਮ ਕੀਤਾ ਉਹ ਪਾਣੀ ਦਾ ਇੰਤਜ਼ਾਮ ਉਹਨਾਂ ਨੇ ਕੀਤੇ ਆ ਕਿਸਾਨਾਂ ਦੇ ਵਾਸਤੇ। ਠੀਕ ਹੈ ਜੀ। ਤੇ ਸਫਾਈ ਵਾਸਤੇ ਜਿਹੜੀਆਂ ਉਹ ਪੱਖੇ ਜਿਹੜੇ ਆ ਉਹ ਲੇਬਰ ਨੇ ਲਾਉਣੇ ਆ। ਸਭ ਉਹ ਪ੍ਰਬੰਧਾਂ ਵੱਲੋਂ ਜਿਹੜਾ ਵਾ ਉਹ ਕੋਈ ਕਮੀ ਨਹੀਂ ਹੋਗੀ। ਬਸ ਕਮੀ ਜਿਹੜੀ ਅੱਜ ਦੀ ਡੇਟ 'ਚ ਹੈ ਉਹ ਇਹ ਆ ਵੀ ਜਿਹੜੀ ਸਰਕਾਰੀ ਖਰੀਦ ਜਿਹੜੀ ਆ 1 ਤੋਂ ਉਹਨਾਂ 11 ਅਕਤੂਬਰ ਕਰ ਦਿੱਤੀ ਹੈ। ਤਾਂ ਬਿਲਕੁਲ ਜੀ, ਸਰਕਾਰੀ ਖਰੀਦ ਜਿਹੜੀ ਹੈ ਪਹਿਲੇ 1 ਅਕਤੂਬਰ ਨੂੰ ਹੁੰਦੀ ਸੀ, ਉਹ ਜਿਹੜੀ ਹੁਣ 11 ਅਕਤੂਬਰ ਨੂੰ ਫਰਮਾਨ ਜਾਰੀ ਕੀਤਾ ਗਿਆ, ਜਿਸ ਤੋਂ ਬਾਅਦ ਲਗਾਤਾਰ ਕਿਸਾਨ ਜ਼ਿਮੀਂਦਾਰ ਦਿੱਕਤ ਵਿੱਚ ਨੇ, ਕਿਉਂਕਿ ਸਾਰਾ ਦਾਰੋਮਦਾਰ ਜਿਹੜਾ ਉਹਨਾਂ ਦਾ ਫਸਲ ਤੇ ਹੀ ਨਿਰਭਰ ਕਰਦਾ ਹੈ। ਔਰ ਦੂਜੇ ਪਾਸੇ ਜਿਹੜੇ ਗੱਲਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਅਮਨਦੀਪ ਸਿੰਘ ਛੀਨਾ, ਉਹਨਾਂ ਵੱਲੋਂ ਇਹੀ ਆਖਿਆ ਜਾ ਰਿਹਾ ਵੀ ਕਿਤੇ ਨਾ ਕਿਤੇ ਕੇਂਦਰ ਸਰਕਾਰ ਜਿਹੜੀ ਪੰਜਾਬ ਦੇ ਕਿਸਾਨਾਂ ਨਾਲ ਵਿਤਕਰਾ ਕਰ ਰਹੀ ਹੈ, ਮਤਰਈ ਮਾਂ ਵਾਲਾ ਸਲੂਕ ਕਰ ਰਹੀ ਹੈ, ਕਿਉਂਕਿ 3 ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜੇ ਕਿਸਾਨ ਨੇ ਉਹ ਲਾਮਬੱਧ ਹੋਏ ਨੇ ਔਰ ਵੱਡਾ ਅੰਦੋਲਨ ਕਰੀ ਬੈਠੇ ਨੇ ਦਿੱਲੀ ਦੀਆਂ ਬਰੂਹਾਂ ਤੇ। ਸ਼ਾਇਦ ਇਹ ਵੀ ਕਾਰਨ ਮੰਨਿਆ ਜਾ ਸਕਦਾ ਵੀ ਜਿਹੜਾ
10 ਦਿਨ ਦੀ ਜਿਹੜੀ ਖਰੀਦ ਹੈ ਝੋਨੇ ਦੀ ਉਹ ਲੇਟ, ਜਿਹੜੀ ਸਰਕਾਰੀ ਖਰੀਦ ਹੈ ਉਹ ਲੇਟ ਕੀਤੀ ਗਈ ਹੈ। ਪਰ ਦੂਜੇ ਪਾਸੇ ਲਗਾਤਾਰ ਕਿਸਾਨਾਂ ਨੂੰ ਦਿੱਕਤਾਂ ਹੋ ਰਹੀਆਂ ਨੇ ਔਰ ਕਿਸਾਨ ਇਹੀ ਮੰਗ ਕਰ ਰਹੇ ਨੇ ਵੀ ਜਿਹੜੀ 1 ਅਕਤੂਬਰ ਨੂੰ ਖਰੀਦ ਹੋਣੀ ਚਾਹੀਦੀ ਸਰਕਾਰੀ, ਉਹ 1 ਅਕਤੂਬਰ ਨੂੰ ਹੀ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਜਿਹੜੇ ਕਿਸਾਨ ਮੰਡੀ ਵਿੱਚ ਆਪਣੀ ਫਸਲ ਲੈ ਕੇ ਪਹੁੰਚ ਰਹੇ ਨੇ ਉਹਨਾਂ ਨੂੰ ਸਹੀ ਸਰਕਾਰੀ ਮੁੱਲ ਜਿਹੜਾ ਉਹ ਮਿਲ ਸਕੇ। ਤਾਂ ਬੀਤੇ ਦਿਨੀ ਬਰਸਾਤ ਹੋਣ ਕਰਕੇ ਜੋ ਨਵੀਂ ਕੰਟੈਂਟ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਕੇਂਦਰ ਸਰਕਾਰ ਵੱਲੋਂ ਇਸ ਵਾਰ ਝੋਨੇ ਦੀ ਖਰੀਦ ਦੇ ਜਿਹੜੇ ਕਰਨ ਦੇ ਜਿਹੜੇ ਹੁਕਮ ਨੇ ਉਹ 10 ਦਿਨ ਡਿਲੇ ਕਰ ਦਿੱਤੇ ਗਏ ਨੇ। ਪਰ ਮਾਰਕੀਟ ਕਮੇਟੀ ਵੱਲੋਂ ਮੰਡੀਆਂ ਵਿੱਚ ਕੀ ਇੰਤਜ਼ਾਮ ਕੀਤੇ ਗਏ ਨੇ, ਕਿਸਾਨਾਂ ਦੀ ਆਮਦ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਸੈਕਟਰੀ ਸੁਖਦੀਪ ਸਿੰਘ। ਸੁਖਦੀਪ ਜੀ, ਕੀ ਇੰਤਜ਼ਾਮ ਕੀਤੇ ਗਏ ਨੇ ਮਾਰਕੀਟ ਕਮੇਟੀ ਅੰਮ੍ਰਿਤਸਰ ਵੱਲੋਂ? ਪੰਜਾਬ ਮੰਡੀ ਬੋਰਡ ਵੱਲੋਂ ਝੋਨੇ ਦੇ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੇ ਇੰਤਜ਼ਾਮ ਜਿਹੜੇ ਚਾਹੀਦੇ ਨੇ, ਬਿਜਲੀ, ਛਾਂ ਦੇ, ਪਾਣੀ ਦੇ ਤੇ ਜਿਹੜੀਆਂ ਮੰਡੀਆਂ ਦੀਆਂ ਸਫਾਈਆਂ, ਉਹਨਾਂ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਤੇ ਗੱਲ ਕੀਤੀ ਹੋਵੇ ਖਰੀਦ ਏਜੰਸੀਆਂ ਦੀ, ਤਾਂ ਕਿਹੜੀ ਖਰੀਦ ਏਜੰਸੀਆਂ ਜਿਹੜੀਆਂ ਐਤਕੀ ਸਰਕਾਰੀ ਖਰੀਦ ਕਰਨਗੀਆਂ ਝੋਨੇ ਦੀ? ਦੇਖੋ, ਭਗਤਾਂ ਵਾਲੇ ਆਪਣੀਆਂ ਸਾਰੀਆਂ 5 ਜਿਹੜੀਆਂ ਏਜੰਸੀਆਂ ਆ ਸਮੇਤ FCI, ਉਹ ਹਮੇਸ਼ਾ ਦੀ ਤਰ੍ਹਾਂ ਖਰੀਦ ਇਸ ਵਾਰ ਵੀ ਕਿਸਾਨਾਂ ਦੀ ਕਰਨਗੀਆਂ। ਬੀਤੇ ਸਾਲ ਦੀ ਗੱਲ ਕੀਤੀ ਹੋਵੇ ਤਾਂ ਕਿੰਨੀ ਖਰੀਦ ਜਿਹੜੀ ਉਹ ਏਜੰਸੀਆਂ ਵੱਲੋਂ ਕੀਤੀ ਗਈ ਸੀ, ਔਰ ਇਸ ਵਾਰ ਦੀ ਗੱਲ ਕੀਤੀ ਹੋਵੇ ਤਾਂ ਇਸ ਵਾਰ ਕੀ ਭਾਅ ਹੈ ਸਰਕਾਰੀ ਭਾਅ? ਜਿਹੜਾ ਸਰਕਾਰੀ ਭਾਅ ਹੈ ਉਹ 1960 ਰੁਪਏ ਸਰਕਾਰੀ ਭਾਅ ਹੈ। ਤੇ ਦੂਜੀ ਤੁਸੀਂ ਗੱਲ ਪੁੱਛ ਰਹੇ ਸੀ, ਪਿਛਲੇ ਸਾਲ ਜੋ ਸਰਕਾਰੀ ਏਜੰਸੀਆਂ ਨੇ ਖਰੀਦ ਕੀਤੀ ਸੀ, ਖਰੀਦ ਤਕਰੀਬਨ 8 ਲੱਖ ਕੁਇੰਟਲ ਦੇ ਆਪਣੇ ਝੋਨੇ ਦੀ ਖਰੀਦ ਸਰਕਾਰੀ ਏਜੰਸੀਆਂ ਵੱਲੋਂ ਕੀਤੀ ਗਈ ਸੀ। ਜੋ ਐਗਰੀਕਲਚਰ ਵਿਭਾਗ ਤੋਂ ਰਿਪੋਰਟ ਹੈ, ਇਸ ਵਾਰ ਜਿਹੜੀ ਝੋਨੇ ਦੀ ਬਜਾਈ ਹੈ ਉਹ ਵੱਧ ਹੋਈ ਹੈ। ਸੋ ਇਸ ਵਾਰ ਜਿਹੜੀ ਸਰਕਾਰੀ ਖਰੀਦ ਦਾ ਅੰਕੜਾ ਜ਼ਿਆਦਾ ਹੋਊਗਾ। ਕਿਸਾਨਾਂ ਨੂੰ ਖਾਸ ਕਰਕੇ ਕੀ ਬੇਨਤੀ ਕਰਨਾ ਚਾਹੁੰਦੇ, ਕਿਉਂਕਿ 10 ਦਿਨ ਹੁਣ ਡਿਲੇ ਹੋ ਗਿਆ, ਸਰਕਾਰ ਨੇ ਕਹਿ ਦਿੱਤਾ ਵੀ 10 ਦਿਨ ਡਿਲੇ ਲੈ ਕੇ ਫਸਲ ਲਿਆਈ ਜਾਵੇ, ਤੇ ਉਹਦੇ ਬਾਰੇ ਕਿਸਾਨਾਂ ਨੂੰ ਕੀ ਖਾਸ ਬੇਨਤੀ ਕੀਤੀ ਜਾਵੇ? ਦੇਖੋ, ਜਿਹੜਾ ਡਿਲੇ ਦਾ ਫੈਸਲਾ ਵੀ ਆ, ਇਹ ਵੀ ਨਵੀਂ ਕਰਕੇ ਜਿਹੜਾ ਸੈਂਟਰ ਗਵਰਨਮੈਂਟ ਵੱਲੋਂ ਲਿਆ ਗਿਆ ਹੈ। ਮੇਰੀ ਸਾਰੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਆ ਕਿ ਮੰਡੀਆਂ ਦੇ ਵਿੱਚ ਝੋਨਾ ਸੁਕਾ ਕੇ ਲਿਆਇਆ ਜਾਵੇ, ਸੁੱਕਾ ਝੋਨਾ ਲਿਆਂਦਾ ਜਾਵੇ, ਜਿਹੜਾ ਕਿਸਾਨਾਂ ਨੂੰ ਵੀ ਕੋਈ ਦਿੱਕਤ ਨਾ ਪੇਸ਼ ਆਵੇ ਤੇ ਸੰਬੰਧਿਤ ਏਜੰਸੀਆਂ ਨੂੰ ਵੀ ਕੋਈ ਦਿੱਕਤ ਪੇਸ਼ ਨਾ ਆਵੇ। ਹਰ ਸਾਲ ਮੰਡੀ ਦਾ ਦੌਰਾ ਕੀਤਾ ਜਾਂਦਾ ਸਾਡੀ ਟੀਮ ਵੱਲੋਂ, ਪਰ ਜੋ ਤੁਸੀਂ ਇੰਤਜ਼ਾਮ ਕਹਿੰਦੇ ਹੋ ਪਰ ਉਹ ਪ੍ਰੋਪਰ ਇੰਤਜ਼ਾਮ ਨਜ਼ਰ ਨਹੀਂ ਆਉਂਦੇ। ਕਿਆ ਇਸ ਵਾਰ ਇੰਸ਼ੋਰ ਕਰੋਗੇ ਵੀ ਜਿਹੜੇ ਵੀ ਇੰਤਜ਼ਾਮ ਤੁਸੀਂ ਕਹਿ ਰਹੇ ਹੋ, ਪਾਣੀ ਦੇ, ਛਾਂ ਦੇ, ਹਵਾ ਪਾਣੀ ਦੇ, ਉਹ ਸਾਰੇ ਇੰਤਜ਼ਾਮ ਜਿਹੜੇ ਪ੍ਰੋਪਰ ਦਿਖਾਈ ਦੇਣਗੇ? ਬਿਲਕੁਲ ਜੀ, ਸਾਰੇ ਇੰਤਜ਼ਾਮ ਜੋ ਮੁਕੰਮਲ ਨੇ, ਸਾਰੇ ਇੰਤਜ਼ਾਮ ਕੀਤੇ ਜਾ ਚੁੱਕੇ ਨੇ, ਉਹ ਤੁਸੀਂ ਦੇਖ ਵੀ ਸਕਦੇ ਹੋ, ਕੋਈ ਇਹਦੇ ਵਿੱਚ ਗੱਲ ਨਹੀਂ। ਹਾਂਜੀ। ਤਾਂ ਇਹ ਸਨ ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਸਕੱਤਰ ਸੁਖਦੀਪ ਸਿੰਘ, ਜਿਨ੍ਹਾਂ ਵੱਲੋਂ ਆਖਿਆ ਜਾ ਰਿਹਾ ਵੀ ਇਸ ਵਾਰ ਕਿਸਾਨਾਂ ਦੀ ਜਿਹੜੀ ਆਮਦ ਦੇ ਮੱਦੇਨਜ਼ਰ ਸਾਰੇ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਗਏ ਨੇ, ਔਰ ਉਹਨਾਂ ਵੱਲੋਂ ਇਹੀ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਵੀ ਜਿਹੜਾ ਵੀ ਫਸਲ ਦੀ ਜਿਹੜੀ ਹੁਣ ਆਮਦ ਹੋਣੀ ਹੈ ਮੰਡੀਆਂ ਵਿੱਚ, ਉਹ ਉਸ ਦੀ ਤਰੀਕ ਨੂੰ 11 ਅਕਤੂਬਰ ਕੀਤਾ ਗਿਆ। ਤਾਂ ਇਸ ਲਈ ਕਿਸਾਨ ਜਿਹੜੇ ਨੇ ਉਹ ਸੁੱਕੀ ਫਸਲ ਲੈ ਕੇ ਹੀ ਮੰਡੀ ਵਿੱਚ ਆਉਣ, ਤਾਂ ਜੋ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦੁਸ਼ਵਾਰੀ ਪੇਸ਼ ਨਾ ਆਵੇ। कैमरा पर्सन मुकेश बावना, सिकंदर पसरीचा, दैनिक सवेरा टीवी, अमृतसर। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 ਵਾਰ 골ਡ ਮੈਡਲਿਸਟ। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ। ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ, ਪੱਕਾ ਹੱਲ, 101% ਦੀ ਗਾਰੰਟੀ। ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ 'ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।